Hello friends, welcome to on my YouTube channel Be Educational Winners। फ्रेंड्स ਅੱਜ ਅਸੀਂ ਪੰਜਾਬ ਹਿਸਟਰੀ ਨਾਲ ਰਿਲੇਟਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਜੋ ਮਹਾਰਾਜਾ ਰਣਜੀਤ ਸਿੰਘ ਦਾ ਟੌਪਿਕ ਹੈ ਇਸ ਨੂੰ ਅਸੀਂ ਪਾਰਟ 1 ਦੇ ਵਿੱਚ ਇਹਨਾਂ ਦੇ ਜੀਵਨ ਦੇ ਬਾਰੇ ਇਹਨਾਂ ਦੀਆਂ ਜਿੱਤਾਂ ਦੇ ਬਾਰੇ ਕਵਰ ਕਰਾਂਗੇ। ਸੋ ਬਹੁਤ ਹੀ ਹੈਲਪਫੁਲ ਵੀਡੀਓ ਹੋਏਗੀ ਸਾਰੇ ਹੀ ਕੈਂਡੀਡੇਟਸ ਦੇ ਲਈ ਜੋ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਪੀਟੀਟਿਵ ਐਗਜ਼ਾਮ ਕੰਡਕਟ ਹੋਣਗੇ ਸਪੈਸ਼ਲੀ ਫॉर ਸੀਟੈਟ, ਟੀਐਸਟੈਟ, ਈਟੀਟੀ ਐਂਡ ਮਾਸਟਰ ਕਾਰਡ ਐਗਜ਼ਾਮ ਦੇ ਵਿੱਚ ਟੌਪਿਕ ਬਹੁਤ ਹੀ ਹੈਲਪਫੁਲ ਰਹਿਣ ਵਾਲਾ ਹੈ। ਸੋ ਅੱਜ ਸਾਰੇ ਹੀ ਇੰਪੋਰਟੈਂਟ ਫੈਕਟਰਸ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਇਹਨਾਂ ਦੀਆਂ ਜਿੱਤਾਂ ਹੋਣਗੀਆਂ। ਸੋ ਫਰੈਂਡਸ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਤਰ੍ਹਾਂ ਦੀਆਂ ਹੋਰ ਨੌਲੇਜਬਲ ਵੀਡੀਓਜ਼ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਹੋਰ ਵੀ ਪਲੇਲਿਸਟ ਵਿੱਚ ਜਾ ਕੇ ਜੋ ਸਿਵਿਕਸ ਨਾਲ ਰਿਲੇਟਡ, ਹਿਸਟਰੀ ਨਾਲ ਰਿਲੇਟਡ ਤੁਸੀਂ ਨੌਲੇਜ ਲੈ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਡ ਹੈ। ਜੋ ਮਹਾਰਾਜਾ ਰਣਜੀਤ ਸਿੰਘ ਜੀ ਸਨ, ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰੀਏ ਤਾਂ ਪੰਜਾਬ ਪ੍ਰਾਂਤ ਦੇ ਉਹ ਰਾਜਾ ਸਨ। ਠੀਕ ਹੈ, ਤਾਂ ਸ਼ੇਰੇ ਪੰਜਾਬ ਦਾ ਜੋ ਹੈ ਉਪਨਾਮ ਉਹਨਾਂ ਦਾ ਸਾਰਿਆਂ ਨੂੰ ਹੀ ਪਤਾ ਹੈ, ਉਹਨਾਂ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਜੋ ਹੈ ਉਹਨਾਂ ਨੂੰ ਜਾਣਿਆ ਗਿਆ ਹੈ। ਕਿਉਂ ਜਾਣਿਆ ਗਿਆ ਹੈ? ਕਿਉਂਕਿ ਉਹ ਇਸ ਤਰ੍ਹਾਂ ਦੇ ਵਿਅਕਤੀ ਸਨ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਨੂੰ ਹੀ ਸੰਪੂਰਨ ਰੂਪ ਵਿੱਚ ਜੋ ਹੈ ਸੂਬੇ ਦੇ ਰੂਪ ਵਿੱਚ ਇਕਜੁੱਟ ਰੱਖਿਆ, ਸਗੋਂ ਕਿ ਜਦੋਂ ਤੱਕ ਉਹ ਜਿਉਂਦੇ ਰਹੇ ਹਨ ਆਪਣੇ ਜਿਉਂਦੀ ਜੀ ਅੰਗਰੇਜ਼ਾਂ ਨੂੰ ਵੀ ਆਪਣੇ ਜੋ ਰਾਜ ਜੋ ਉਹਨਾਂ ਨੇ ਖੜਾ ਕੀਤਾ ਉਹਦੇ ਵੱਲ ਅੱਖ ਤੱਕ ਵੀ ਚੱਕਣ ਨਹੀਂ ਦਿੱਤੀ। ਸੋ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਜ਼ਿਆਦਾ ਜੋ ਵਧੀਆ ਸ਼ਖਸੀਅਤ ਦੇ ਮਾਲਕ ਸਨ, ਗੁਣਾਂ ਦੇ ਜੋ ਸਨ ਪੂਰੇ ਨਿਪੁੰਨ ਸਨ। ਸੋ ਜੇਕਰ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ 13 ਨਵੰਬਰ ਜੋ ਹੈ 1780 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਸੀ ਗੁਜਰਾਂਵਾਲਾ ਦੇ ਵਿੱਚ। ਸੋ ਪੇਪਰ ਦੇ ਵਿੱਚ ਜੋ ਹੈ ਤੁਹਾਨੂੰ ਫੈਕਟ ਇਸ ਤਰ੍ਹਾਂ ਉਹਨਾਂ ਦੇ ਜਨਮ ਬਾਰੇ, ਉਹਨਾਂ ਦੀਆਂ ਜਿੱਤਾਂ, ਉਹਨਾਂ ਦੇ ਜੀਵਨ ਨਾਲ ਰਿਲੇਟਡ ਪੁੱਛੇ ਜਾ ਸਕਦੇ ਹਨ। ਅਸੀਂ ਸਾਰੇ ਹੀ ਇਸ ਤਰ੍ਹਾਂ ਜੋ ਹੈ ਕਵਰ ਕਰਾਂਗੇ ਅਤੇ ਨਾਲ ਨਾਲ ਇਸ ਨੂੰ ਰਿਵਾਈਜ਼ ਵੀ ਕਰਦੇ ਜਾਵਾਂਗੇ। ਜੋ ਜਨਮ ਹੈ ਉਹ ਤੁਸੀਂ ਯਾਦ ਰੱਖਣਾ ਹੈ 13 ਨਵੰਬਰ 1780 ਈਸਵੀ ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦੀ ਗੱਲ ਕਰੀਏ ਤਾਂ ਮਹਾਂ ਸਿੰਘ ਉਹਨਾਂ ਦੇ ਪਿਤਾ ਜੀ ਸਨ ਅਤੇ ਸਪੁੱਤਰ ਮਹਾਂ ਸਿੰਘ ਜੀ ਜੋ ਸਨ ਉਹ ਸ਼ੁਕਰ ਚੱਕੀਆਂ ਮਿਸਲ ਦੇ ਜੋ ਸੰਸਥਾਪਕ ਸਨ ਸਰਦਾਰ ਚੜ੍ਹਤ ਸਿੰਘ, ਉਹਨਾਂ ਦੇ ਸਪੁੱਤਰ ਮਹਾਂ ਸਿੰਘ ਸਨ। ਅਤੇ ਮਹਾਂ ਸਿੰਘ ਦੇ ਜੇ ਸਪੁੱਤਰ ਦੇਖਿਆ ਜਾਵੇ ਤਾਂ ਜੋ ਅਸੀਂ ਅੱਜ ਦਾ ਟੌਪਿਕ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ, ਉਹ ਮਹਾਂ ਸਿੰਘ ਜੋ ਸਨ ਉਹਨਾਂ ਦੇ ਹੀ ਪਿਤਾ ਸਨ। ਠੀਕ ਹੈ, ਸੋ ਮਹਾਂ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਅਤੇ ਸ਼ੁਕਰ ਚੱਕੀਆਂ ਮਿਸਲ ਦੇ ਜੋ ਸੰਸਥਾਪਕ ਹੋਏ ਹਨ ਚੜ੍ਹਤ ਸਿੰਘ, ਉਹਨਾਂ ਦੇ ਕੀ ਲੱਗਦੇ ਸਨ? ਦਾਦਾ ਜੀ ਲੱਗਦੇ ਸਨ। ਸੋ ਨੈਕਸਟ ਅਸੀਂ ਦੇਖ ਸਕਦੇ ਹਾਂ ਉਹਨਾਂ ਦੇ ਮਾਤਾ ਜੀ ਦਾ ਨਾਮ ਹੈ ਰਾਜ ਕੌਰ। ਮਾਤਾ ਰਾਜ ਕੌਰ ਜੀ ਜੋ ਹਨ ਉਹਨਾਂ ਨੂੰ ਮਾਈ ਮਲਵੈਣ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਰਿਪੀਟ ਹੋਇਆ ਕੁਐਸਚਨ ਹੈ ਕਿ ਮਾਈ ਮਲਵੈਣ ਦੇ ਨਾਲ ਕਿਸ ਨੂੰ ਜਾਣਿਆ ਜਾਂਦਾ ਸੀ, ਤਾਂ ਜੋ ਰਣਜੀਤ ਸਿੰਘ ਦੇ ਜੋ ਮਾਤਾ ਜੀ ਸਨ ਉਹਨਾਂ ਨੂੰ ਜੋ ਹੈ ਰਾਜ ਕੌਰ ਦਾ ਨਾਮ ਦਿੱਤਾ ਗਿਆ ਹੈ। ਰਾਜ ਕੌਰ ਕਿਹਾ ਜਾਂਦਾ ਹੈ, ਮਾਈ ਮਲਵੈਣ ਵੀ ਕਿਹਾ ਜਾਂਦਾ ਹੈ। ਜੋ ਰਾਜ ਕੌਰ ਜੀ ਹਨ ਉਹ ਤੁਸੀਂ ਦੇਖ ਸਕਦੇ ਹੋ, ਯਾਦ ਵੀ ਰੱਖ ਸਕਦੇ ਹੋ, ਜੋ ਮਲਵੈਣ ਦੇ ਨਾਲ ਜੋ ਉਹਨਾਂ ਦਾ ਨਾਮ ਪਿਆ ਹੈ ਉਹ ਹੈ ਮਾਲਵਾ ਪ੍ਰਦੇਸ਼ ਦੇ ਨਾਲ ਸੰਬੰਧ ਰੱਖਣ ਕਰਕੇ। ਜੋ ਮਾਲਵਾ ਪ੍ਰਦੇਸ਼ ਨਾਲ ਸੰਬੰਧ ਰੱਖਿਆ ਸੀ ਉਹਨਾਂ ਨੇ, ਉਸ ਕਰਕੇ ਇਹਨਾਂ ਦਾ ਨਾਮ ਮਾਈ ਮਲਵੈਣ ਪਿਆ। ਉਹ ਤਾਂ ਰਾਜ ਕੌਰ ਜੀ ਜੋ ਉੱਦਾਂ ਜੇਕਰ ਮਿਸਲ ਦੇ ਦੇਖਿਆ ਜਾਣ ਤਾਂ ਉਹ ਜੀਂਦ ਦੇ ਫੂਲਕੀਆ ਸਰਦਾਰ ਦੇ ਜੋ ਗਜਪਤ ਸਿੰਘ ਦੀ ਜੋ ਪੁੱਤਰੀ ਸਨ। ਠੀਕ ਹੈ, ਉਹਨਾਂ ਦੀ ਧੀ ਸੀ ਜੀਂਦ ਦੇ ਫੂਲਕੀਆ ਸਰਦਾਰ ਗਜਪਤ ਸਿੰਘ ਦੀ। ਸੋ ਇਹ ਉਹਨਾਂ ਦੇ ਮਾਤਾ ਪਿਤਾ ਜੀ ਸਨ। ਠੀਕ ਹੈ, ਜੇਕਰ ਉਹਨਾਂ ਦੇ ਮੁੱਢਲਾ ਨਾਮ ਜੋ ਰਣਜੀਤ ਸਿੰਘ ਦਾ ਜਾਣਿਆ ਜਾਵੇ ਤਾਂ ਉਹਨਾਂ ਨੂੰ ਮੁੱਢਲਾ ਨਾਮ ਉਹਨਾਂ ਦਾ ਸਾਨੂੰ ਦੇਖਣ ਨੂੰ ਮਿਲਦਾ ਹੈ ਬੁੱਧਾ ਸਿੰਘ। ਠੀਕ ਹੈ, ਬੁੱਧ ਸਿੰਘ ਵੀ ਕਿਹਾ ਜਾਂਦਾ ਹੈ। ਸੋ ਉਹਨਾਂ ਦਾ ਬੁੱਧ ਸਿੰਘ ਨਾਮ ਸੀ ਮੁੱਢਲਾ। ਇਸ ਤੋਂ ਬਾਅਦ ਉਹਨਾਂ ਦੇ ਪਿਤਾ ਮਹਾਂ ਸਿੰਘ ਜੀ ਕੀ ਕਰਦੇ ਹਨ? ਰਸੂਲਪੁਰ ਜਿੱਤ ਹੁੰਦੀ ਹੈ ਉਹਨਾਂ ਦੀ। ਰਸੂਲਪੁਰ ਜਿੱਤ ਤੋਂ ਬਾਅਦ ਮਹਾਂ ਸਿੰਘ ਨੇ ਆਪਣਾ ਜੋ ਪੁੱਤਰ ਹੈ ਬੁੱਧ ਸਿੰਘ, ਉਹਨਾਂ ਦਾ ਮੁੱਢਲਾ ਨਾਂ ਸੀ, ਉਹਨਾਂ ਦਾ ਜੋ ਨਾਮ ਹੈ ਰਣਜੀਤ ਸਿੰਘ ਜੋ ਹੈ ਉਹ ਰੱਖ ਦਿੱਤਾ ਜਾਂਦਾ ਹੈ। ਕਿਹਨਾਂ ਦੁਆਰਾ ਰੱਖਿਆ ਜਾਂਦਾ ਹੈ? ਕਿਸ ਜਿੱਤ ਤੋਂ ਬਾਅਦ ਰੱਖਿਆ ਜਾਂਦਾ ਹੈ? ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣਾ ਹੈ। ਰਸੂਲਪੁਰ ਜਿੱਤ ਤੋਂ ਬਾਅਦ ਰੱਖਿਆ ਜਾਂਦਾ ਹੈ। ਅਤੇ ਕੌਣ ਰੱਖਦੇ ਹਨ? ਉਹਨਾਂ ਦੇ ਪਿਤਾ ਮਹਾਂ ਸਿੰਘ ਜੀ। ਉਪਨਾਮ ਅਸੀਂ ਕਰ ਚੁੱਕੇ ਹਾਂ ਸਟਾਰਟਿੰਗ ਵਿੱਚ ਹੀ ਸ਼ੇਅਰ ਕਿ ਜੋ ਉਪਨਾਮ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਹੈ ਆਪਣਾ ਲੋਹਾ ਜਮਾਇਆ ਸੀ, ਆਪਣੀਆਂ ਜਿੱਤਾਂ ਕੀਤੀਆਂ, ਕਿਵੇਂ ਲਈਆਂ ਉਹਨਾਂ ਨੇ, ਆਪਣੀ ਬਹਾਦਰੀ ਦੇ ਕਿਵੇਂ ਕਾਰਨਾਮੇ ਉਹਨਾਂ ਨੇ ਜੋ ਹੈ ਦਿਖਾਏ। ਸੋ ਸਾਰੇ ਹੀ ਅਸੀਂ ਇੰਪੋਰਟੈਂਟ ਫੈਕਟ ਇਸ ਤਰ੍ਹਾਂ ਜਾਣਾਂਗੇ ਕਿਵੇਂ ਉਹਨਾਂ ਨੇ ਜਿੱਤਾਂ ਕੀਤੀਆਂ, ਕਿਹਨਾਂ ਨਾਲ ਜਿਹੜੀ ਇੰਪੋਰਟੈਂਟ ਜਿੱਤ ਰਹੀ ਹੈ। ਇਸ ਤੋਂ ਪਹਿਲਾਂ ਅਸੀਂ ਜੇਕਰ ਗੱਲ ਕਰੀਏ ਉਹਨਾਂ ਦੀ ਪੜ੍ਹਾਈ ਦੀ ਤਾਂ ਉਹਨਾਂ ਦੀ ਪੜ੍ਹਾਈ ਜੋ ਹੈ ਉਹ ਗੁਜਰਾਂਵਾਲਾ ਦੇ ਵਿੱਚ ਜੋ ਹੈ ਭਾਈ ਭਾਗੂ ਸਿੰਘ ਦੀ ਧਰਮਸ਼ਾਲਾ ਦੇ ਵਿੱਚ ਉਹਨਾਂ ਨੂੰ ਭੇਜਿਆ ਸੀ। ਉਂਝ ਉਹਨਾਂ ਦਾ ਜੋ ਸੀ ਪੜ੍ਹਾਈ ਦੇ ਵਿੱਚ ਇੰਨਾ ਜ਼ਿਆਦਾ ਦਿਲਚਸਪੀ ਨਹੀਂ ਸੀ, ਪਰ ਉਹਨਾਂ ਦਾ ਜੋ ਹੈ ਤਲਵਾਰਬਾਜੀ ਦੇ ਵਿੱਚ, ਸ਼ਿਕਾਰ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਹੀ ਜ਼ਿਆਦਾ ਜੋ ਸੀ ਉਹਨਾਂ ਦਾ
ਜੋ ਇਸ ਵਿੱਚ ਸ਼ੌਂਕ ਸੀ। ਸੋ ਉਹਨਾਂ ਨੂੰ ਬਚਪਨ ਵਿੱਚ ਜੇਕਰ ਪੁੱਛਿਆ ਜਾਵੇ ਪੜ੍ਹਨ ਕਿਸ ਕੋਲ ਭੇਜਿਆ ਤਾਂ ਗੁਜਰਾਂਵਾਲਾ ਵਿਖੇ ਭਾਈ ਭਾਗੂ ਦੀ ਜੋ ਧਰਮਸ਼ਾਲਾ ਸੀ ਉਸ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ। ਬਚਪਨ ਵਿੱਚ ਇੱਕ ਜੋ ਹੈ ਜੋ ਮਨੁੱਖੀ ਜੋ ਉਹਨਾਂ ਦੇ ਘਟਨਾ ਜੋ ਉਹਨਾਂ ਦੇ ਜੀਵਨ ਦੇ ਵਿੱਚ ਵਾਪਰੀ ਹੈ ਬਹੁਤ ਹੀ ਜ਼ਿਆਦਾ, ਕਿ ਉਹਨਾਂ ਦੀ ਜੋ ਬਿਮਾਰੀ ਉਹਨਾਂ ਨੂੰ ਲੱਗੀ ਹੈ, ਚੇਚਕ ਦੀ ਬਿਮਾਰੀ ਉਸ ਸਮੇਂ ਬਹੁਤ ਫੈਲੀ ਹੋਈ ਸੀ। ਚੇਚਕ ਦੀ ਬਿਮਾਰੀ ਦੇ ਕਾਰਨ ਉਹਨਾਂ ਨੂੰ ਜੋ ਹੈ ਉਹਨਾਂ ਦੀ ਜੋ ਖੱਬੀ ਅੱਖ ਹੁੰਦੀ ਹੈ ਉਹ ਜਾਂਦੀ ਰਹੀ, ਠੀਕ ਹੈ। ਉਹਨਾਂ ਦੀ ਖੱਬੀ ਅੱਖ ਜੋ ਹੈ ਉਸ ਦੀ ਰੌਸ਼ਨੀ ਜਿਹੜੀ ਉਹ ਖਤਮ ਹੋ ਜਾਂਦੀ ਹੈ। ਸੋ ਜੇਕਰ ਪੁੱਛਿਆ ਜਾਵੇ ਰਣਜੀਤ ਸਿੰਘ ਨੂੰ ਕਿਹੜੀ ਬਿਮਾਰੀ ਸੀ ਅਤੇ ਕਿਹੜੀ ਅੱਖ ਉਹਨਾਂ ਦੀ ਜਾਂਦੀ ਰਹੀ ਸੀ, ਤਾਂ ਖੱਬੀ ਅੱਖ ਜੋ ਹੈ ਚੇਚਕ ਦੀ ਬਿਮਾਰੀ ਕਰਕੇ ਉਹਨਾਂ ਦੀ ਜੋ ਹੈ ਉਸ ਦੀ ਰੌਸ਼ਨੀ ਜੋ ਹੈ ਖਤਮ ਹੋ ਜਾਂਦੀ ਹੈ। ਇੱਕ ਵਾਰ ਦੀ ਘਟਨਾ ਜੋ ਉਹਨਾਂ ਦੇ ਜੀਵਨ ਦੇ ਨਾਲ ਰਿਲੇਟਡ ਹੈ ਕਿ ਬਚਪਨ ਵਿੱਚ ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਵਾਰ ਕਿਸ ਨੇ ਕੀਤਾ ਸੀ। ਇਸ ਤਰ੍ਹਾਂ ਇੰਪੋਰਟੈਂਟ ਫੈਕਟ ਪੇਪਰ ਵਿੱਚ ਪੁੱਛ ਲਿਆ ਜਾ ਸਕਦਾ ਹੈ। ਸੋ ਬਚਪਨ ਵਿੱਚ ਵਾਰ ਕਰਨ ਦੀ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਹੈ। ਜੋ ਵਾਰ ਕੀਤਾ ਹੈ ਉਸ ਵਿਅਕਤੀ ਦਾ ਨਾਮ ਸੀ ਹਸ਼ਮਤ ਖਾਂ ਚੱਠਾ। ਹਸ਼ਮਤ ਖਾਂ ਚੱਠਾ ਸੀ ਜਿਸ ਨੇ ਕਿ ਰਣਜੀਤ ਸਿੰਘ ਤੇ ਜੋ ਸੀ ਬਚਪਨ ਦੇ ਵਿੱਚ ਵਾਰ ਕੀਤਾ ਸੀ। ਹਸ਼ਮਤ ਖਾਂ ਚੱਠਾ ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਪੇਪਰ ਵਿੱਚ ਰਿਪੀਟ ਹੋਇਆ ਕੁਐਸਚਨ ਹੈ, ਪੁੱਛ ਲਿਆ ਜਾ ਸਕਦਾ ਹੈ। ਬਚਪਨ ਵਿੱਚ ਰਣਜੀਤ ਸਿੰਘ ਤੇ ਜੋ ਵਾਰ ਸੀ ਉਹ ਕਿਸ ਨੇ ਕੀਤਾ ਸੀ? ਹਸ਼ਮਤ ਖਾਂ ਚੱਠਾ ਨੇ ਕੀਤਾ ਸੀ, ਜੋ ਕਿ ਮਹਾਂ ਸਿੰਘ ਜੋ ਰਣਜੀਤ ਸਿੰਘ ਦੇ ਪਿਤਾ ਜੀ ਸਨ ਉਹਨਾਂ ਦੇ ਹੱਥੋਂ ਉਹ ਬੁਰੀ ਤਰ੍ਹਾਂ ਹਾਰਿਆ ਸੀ। ਸੋ ਉਸ ਹਾਰ ਦਾ ਬਦਲਾ ਲੈਣ ਕਰਕੇ ਉਹ ਪਹਿਲਾਂ ਹੀ ਜੋ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਹ ਸਾਰੇ ਹੀ ਪਰਿਵਾਰ ਦੇ ਨਾਲ ਈਰਖਾ ਕਰਦਾ ਸੀ। ਸੋ ਉਸਨੇ ਕੀ ਕੀਤਾ, ਜਦੋਂ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਸ਼ਿਕਾਰ 'ਤੇ ਖੇਲਣ ਜੋ ਹਨ ਜਾਂਦੇ ਹਨ, ਸ਼ਿਕਾਰ ਕਰਨ ਜਾਂਦੇ ਹਨ, ਤਾਂ ਉਸ ਨੇ ਜੋ ਹੈ ਝਾੜੀਆਂ ਦੇ ਵਿੱਚ ਲੁਕ ਕੇ ਮਹਾਰਾਜਾ ਰਣਜੀਤ ਸਿੰਘ 'ਤੇ ਵਾਰ ਕੀਤਾ ਤਲਵਾਰ ਦੇ ਨਾਲ, ਠੀਕ ਹੈ। ਤਲਵਾਰ ਦੇ ਨਾਲ ਵਾਰ ਕੀਤਾ ਅਤੇ ਉਹ ਜੋ ਵਾਰ ਸੀ ਉਹ ਰਕਾਬ ਦੇ ਉੱਤੇ ਲੱਗਿਆ ਉਹਨਾਂ ਦੀ, ਅਤੇ ਰਕਾਬ ਦੇ ਜੋ ਹਨ 2 ਟੋਟੇ ਹੋ ਜਾਂਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਹ ਇੰਪੋਰਟੈਂਟ ਫੈਕਟ ਹੈ ਕਿ ਬਚਪਨ ਵਿੱਚ ਵਾਰ ਕਰਨ ਦੀ ਕੋਸ਼ਿਸ਼ ਕਿਸ ਦੇ ਦੁਆਰਾ ਕੀਤੀ ਗਈ, ਤਾਂ ਇਹ ਇੰਪੋਰਟੈਂਟ ਨਾਂ ਹੈ ਹਸ਼ਮਤ ਖਾਂ ਚੱਠਾ ਦੇ ਦੁਆਰਾ, ਜੋ ਕਿ ਜਿਹੜਾ ਸੀ ਮਹਾ ਸਿੰਘ ਜੋ ਰਣਜੀਤ ਸਿੰਘ ਦੇ ਪਿਤਾ ਜੀ ਸਨ ਉਹਨਾਂ ਹੱਥੋਂ ਬੁਰੀ ਤਰ੍ਹਾਂ ਹਾਰਿਆ ਸੀ। ਸੋ ਨੈਕਸਟ ਇੰਪੋਰਟੈਂਟ ਫੈਕਟ ਹੈ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵਿੱਚ ਜੋ ਇੱਕ ਬਹੁਤ ਹੀ ਟਰਨਿੰਗ ਪੁਆਇੰਟ ਆਉਂਦਾ ਹੈ ਉਹ ਹੁੰਦਾ ਹੈ ਉਹਨਾਂ ਦੀ ਜੋ ਮੰਗਣੀ ਹੁੰਦੀ ਹੈ ਮਹਿਤਾਬ ਕੌਰ ਜੀ ਦੇ ਨਾਲ 1785 ਈਸਵੀ ਦੇ ਵਿੱਚ। 1785 ਈਸਵੀ ਦੇ ਵਿੱਚ ਜੋ ਉਹਨਾਂ ਦੀ ਮੰਗਣੀ ਹੁੰਦੀ ਹੈ ਅਤੇ ਬਾਅਦ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ। ਜੇਕਰ ਤੁਹਾਨੂੰ ਜੋ ਮਹਿਤਾਬ ਕੌਰ ਜੀ ਹਨ ਪੋਤੀ ਪੁੱਛ ਲਏ ਜਾਣ ਕਿਸ ਦੇ ਸਨ, ਤਾਂ ਉਹ ਘਨੱਈਆ ਮਿਸਲ ਦੇ ਜੋ ਸਨ ਨਾਲ ਸੰਬੰਧਿਤ ਜੈ ਸਿੰਘ ਦੇ ਪੋਤੀ ਸਨ, ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਦੀ ਸਪੁੱਤਰੀ ਸਨ ਅਤੇ ਜੈ ਸਿੰਘ ਦੀ ਪੋਤੀ ਸਨ। ਮਹਿਤਾਬ ਕੌਰ ਉਹਨਾਂ ਦਾ ਨਾਮ ਸੀ, ਜਿਨ੍ਹਾਂ ਦਾ ਵਿਆਹ ਕਿਸ ਦੇ ਨਾਲ ਹੁੰਦਾ ਹੈ? ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਸਭ ਤੋਂ ਪਹਿਲਾਂ 1796 ਈਸਵੀ ਦੇ ਵਿੱਚ। ਜੋ ਮਹਾਰਾਜਾ ਰਣਜੀਤ ਸਿੰਘ ਦੇ ਪਤਨੀ ਹਨ ਬਣਦੇ ਮਹਿਤਾਬ ਕੌਰ, ਉਹਨਾਂ ਦੀ ਜੋ ਪਿਤਾ ਅਸੀਂ ਕਰ ਚੁੱਕੇ ਹਾਂ, ਉਹਨਾਂ ਦੇ ਜੋ ਮਾਤਾ ਜੀ ਸਨ ਉਹ ਹੁੰਦੇ ਹਨ ਸਦਾ ਕੌਰ, ਜੋ ਕਿ ਬਹੁਤ ਹੀ ਜ਼ਿਆਦਾ ਜੋ ਹਨ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਆਪਣਾ ਸਥਾਪਿਤ ਕਰਦੇ ਹਨ ਉਸ ਦੇ ਵਿੱਚ ਸ਼ੁਰੂ ਵਿੱਚ ਉਹ ਰਾਜ ਵੀ ਸੰਭਾਲਣ ਦੇ ਵਿੱਚ ਉਹਨਾਂ ਦੀ ਜੋ ਹੈ ਸਹਾਇਤਾ ਕਰਦੇ ਹਨ, ਸ਼ੁਰੂ ਵਿੱਚ ਉਹ ਸੰਭਾਲਦੇ ਹਨ। ਉਹਨਾਂ ਦਾ ਨਾਮ ਜੋ ਹੈ ਸਦਾ ਕੌਰ, ਅਤੇ ਉਹਨਾਂ ਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਉਹ ਪੁੱਛ ਲਿਆ ਜਾਂਦਾ ਹੈ ਫੈਕਟ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਕੀ ਨਾਮ ਸੀ। ਸੋ ਸਦਾ ਕੌਰ ਉਹਨਾਂ ਦੀ ਸੱਸ ਦਾ ਜੋ ਨਾਮ ਸੀ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਬਾਅਦ ਜੋ ਹੈ ਘਨੱਈਆ ਮਿਸਲ ਦੇ ਜੈ ਸਿੰਘ ਦੀ ਪੋਤੀ ਦੇ ਮਹਿਤਾਬ ਕੌਰ ਦੇ ਵਿਆਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਵਿਆਹ ਵੀ ਜੋ ਹੈ ਉਹ ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਪੁੱਛ ਲਿਆ ਜਾਂਦਾ ਹੈ। ਨਕਈ ਮਿਸਲ ਦੇ ਸਰਦਾਰ ਰਾਮ ਸਿੰਘ ਦੀ ਪੁੱਤਰੀ ਦੇ ਨਾਲ ਹੋਇਆ ਸੀ, ਉਹਨਾਂ ਦਾ ਨਾਮ ਸੀ ਰਾਜ ਕੌਰ, ਅਤੇ ਦਾਤਾਰ ਕੌਰ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਪੇਪਰ ਵਿੱਚ ਕਿਸ ਤਰ੍ਹਾਂ ਫੈਕਟ ਤੁਹਾਨੂੰ ਪੁੱਛਿਆ ਜਾਂਦਾ ਹੈ? ਦਾਤਾਰ ਕੌਰ ਕਿਸ ਦਾ ਜੋ ਉਪਨਾਮ ਹੈ, ਜਾਂ ਦਾਤਾਰ ਕੌਰ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ? ਰਣਜੀਤ ਸਿੰਘ ਦੇ ਨਾਲ ਸੰਬੰਧਿਤ ਹਨ, ਤਾਂ ਉਹ ਉਹਨਾਂ ਦੀ ਪਤਨੀ ਸਨ ਜਿਨ੍ਹਾਂ ਨੂੰ ਰਾਜ ਕੌਰ ਵੀ ਕਿਹਾ ਜਾਂਦਾ ਸੀ। ਅਤੇ ਇਹ ਵਿਆਹ ਜੋ ਹੋਇਆ ਹੈ 1798 ਈਸਵੀ ਦੇ ਵਿੱਚ ਹੋਇਆ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ? ਇਸ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਹਨ ਕਿ 1792 ਈਸਵੀ ਦੇ ਵਿੱਚ 1792 ਈਸਵੀ ਦੇ ਵਿੱਚ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਜੋ ਪਿਤਾ ਹੁੰਦੇ ਹਨ ਉਹਨਾਂ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਉਹਨਾਂ ਦੀ ਮੌਤ ਹੋਣ ਤੋਂ ਬਾਅਦ ਜੋ ਰਣਜੀਤ ਸਿੰਘ ਦਾ ਸਮਾਂ ਸੀ, ਉਸ ਸਮੇਂ ਉਮਰ ਸੀ ਉਹ ਸਿਰਫ ਜੋ ਸੀ 12 ਵਰ੍ਹਿਆਂ ਦੀ ਸੀ। 12 ਸਾਲ ਦੇ ਰਣਜੀਤ ਸਿੰਘ ਜੀ ਸਨ ਆਪਣੇ ਪਿਤਾ ਦੀ ਮੌਤ ਦੇ ਸਮੇਂ।
सो वो इन्ने काबिल नहीं सन, इन्ने ज़्यादा वो नहीं सन कि निपुण भी अपना जो राज जो है राज गद्दी वधिया तरह वो संभाल सकन। सो वो समा आउंदा है 1792 तो 1797 ईस्वी का, जदों कि तिकड़ी सरप्रस्ती आउंदी है। तिकड़ी भाव 3 जाने उस दे विच सरप्रस्त हुंदे हन। कौन कौन हुंदे हन इसनूं असीं डिटेल दे विच करांगे। जो महाराजा रणजीत सिंह दे नाल रिलेटेड तुसीं एक इंपॉर्टेंट फैक्ट याद रखना है, उन्हां दे जेठे पुत्तर, उन्हां दे जेठे वड्डे पुत्तर पुछ ले जाण तां उन्हां दा जो नाम है वो है खड़क सिंह। ठीक है, खड़क सिंह उन्हां दा जो नाम है। तो एक इंपॉर्टेंट फैक्ट ये भी है कि महाराजा रणजीत सिंह दा जो विआह जिंदा महाराणी जिंदा दे नाल भी होया, जो इस तरह का फैक्ट है। सो उन्हां दे जो विआहां दी जो एक सानू डिटेल मिलती है, एक राइटर होया है ग्रिफिन, जिसने कि दस्सिया है कि महाराजा रणजीत सिंह दे जो हन कुल जो हन टोटल 18 विआह होए सन, जिन्हां दे विचों मन्निया जांदा है 9 ਜਿਹੜੇ ਹਨ धार्मिक रौह रीतां दे नाल होए सन, ते जो 9 नैक्सट जो 9 विआह होए सन वो बहुत ही सादे तरीके दे नाल चादर पाउण दी रस्म दे नाल होए सन। सो उन्हां दे जेठे पुत्तर दा तुसीं नाम याद रखना है। ते उन्हां दा जो इंपॉर्टेंट जो तिकड़ी सरप्रस्ती उस तो बाद हुंदी है शुरू, उस दे विच असीं डिटेल विच करांगे। 3 जाणिਆਂ ਦੀ जो सरप्रस्ती हुंदी है, जिस दे विच उस समय उसनूं तिकड़ी सरप्रस्ती ਦਾ टाइम भी जो है किया जाता है। सो तिकड़ी सरप्रस्ती ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਜੋ ਮਾਤਾ ਜੀ ਸਨ, ਠੀਕ ਹੈ, ਉਹ ਸਭ ਤੋਂ ਪਹਿਲਾਂ ਆਉਂਦੇ ਹਨ। ਉਹਨਾਂ ਦਾ ਨਾਮ ਅਸੀਂ ਕੀਤਾ ਹੈ ਰਾਜ ਕੌਰ। ਮਹਾਰਾਜਾ ਰਣਜੀਤ ਸਿੰਘ ਦੇ ਜੋ ਮਾਤਾ ਜੀ ਸਨ ਰਾਜ ਕੌਰ, ਇੱਕ ਤਾਂ ਉਹ ਰਾਜ ਸੰਭਾਲਦੇ ਹਨ। ਠੀਕ ਹੈ, उस तो बाद दूजे नंबर ते कौन आउंदे हन, माता राज कौर जी जो हुंदे हन, उन्हां दी इन्नी रुचि नहीं हुंदी, उन्हां दा इन्ना ज़्यादा उन्हां दे विच योग्यता नहीं हुंदी कि वो कल्ले जो अपना जो राज हन उसका विस्तार कर सकन, उस दे विच जो है उसनूं संभाल सकन। सो वो की करदे हन, वो दीवान लखपत राय नूं जो है अपना एक साथी बना लैंदे हन। लखपत राय नूं काम सौंप दिता जांदा है, उन्हां दे हत्थों काम करवाउंदे हन। सो दीवान लखपत राय ते माता राज कौर ये 2 जाणे हो जांदे हन, जो कि जो हन सरप्रस्त हुंदे हन महाराजा रणजीत सिंह दे जो राज दे। ठीक है, उस तो बाद जो महाराजा रणजीत सिंह दा विआह हुंदा है तो बहुत ही ज़्यादा इंटरस्ट लैण वाले जो इस दे विच शामिल हुंदे हन, वो हुंदे हन उन्हां दे सस, जो कि सदा कौर दा सी नाम इंपॉर्टेंट याद रखिया है। महाराजा रणजीत सिंह दी सस जो हुंदी है वो तिकड़ी सरप्रस्ती दे विच इन्हां दे नाल शामिल हुंदी है। सो तिकड़ी सरप्रस्ती दे विच 3 जाणे हुंदे हन, महाराजा रणजीत सिंह दे माता राज कौर जी, उन्हां दा दीवान लखपत राय ते उन्हां दी सस सदा कौर। सो इस तरह तिकड़ी सरप्रस्ती का टाइम हुंदा है 1792 तो लैके 1797 ईस्वी दे तक। सो इस समय जो है जो 3 जाने हैं राज कौर लखपत राय ते जो सस सदा कौर, ये महाराजा रणजीत सिंह का शासन प्रबंध संभालते हैं। तो जदों महाराजा रणजीत सिंह नूं ये एहसास हुंदा है कि इस तरह जो है शक्ति राज शक्ति मेरे हत्थां विच आ जानी चाहिदी है, मैं इस दे योग हाँ, ठीक है, कर सकदा हाँ इस दे विच होर भी ज़्यादा वधिया सुधार या उसनूं वधिया चला सकदा है। जदों महाराजा रणजीत सिंह नूं इन्ना जो है पता लग जाता है तो वो की करते हैं, वो राज शक्ति की प्राप्ति करते हैं, आप राज संभालते हैं। कदों संभालते हैं तो ਸਿੰਘਾਸਨ ते जदों बैठते हैं तो वो समा सी 1797 ईस्वी का। ठीक है, 1797 ईस्वी नूं जदों बैठते हैं, जेकर उन्हां दी उम्र देखा जाए तो उन्हां दी उम्र उस टाइम ते हो जाती है 17 साल की। 17 साल की उम्र है जदों उन्होंने अपना राज जो है जो आप संभालिया है। सो बहुत ही इंपॉर्टेंट ये सारे ही फैक्ट सन। महाराजा रणजीत सिंह शक्ति प्राप्त करने तो बाद अपने मामा दल सिंह नूं प्रधान मंत्री चुन लेंदे हन, पर महाराजा रणजीत सिंह दे अंदर एक इस तरह की प्रबल इच्छा सी अपने साम्राज्य नूं वधाउण दी, जिस दे नाल उन्हां ने बहुत ही ज़्यादा अपने राज नूं विस्तार करन दे लई उन्हां ने जित्तां जो हन बहुत ही जो वधिया इलाके सन, बहुत ही ज़्यादा महत्वपूर्ण इलाके सन, उन्हां ते जित्तां प्राप्त कीतियां। क्योंकि 1797 ईस्वी ਵਿੱਚ ਜਦੋਂ ਗੱਦੀ ਤੇ ਬੈਠੇ, ਜਦੋਂ ਉਹਨਾਂ ਨੇ ਆਪਣਾ ਰਾਜ ਸੰਭਾਲਿਆ, ਸਿੰਘਾਸਨ ਤੇ ਬੈਠੇ, ਉਹਨਾਂ ਦੀ ਜੋ ਉਮਰ ਸੀ ਉਹ ਅਸੀਂ ਕਰ ਚੁੱਕੇ ਹਾਂ 17 ਵਰਿਆਂ ਦੀ ਸੀ। ਪਰ ਜਿਹੜਾ ਉਹਨਾਂ ਦਾ ਸਾਮਰਾਜ ਸੀ ਉਸ ਸਮੇਂ ਉਹ ਸਿਰਫ ਗੁਜਰਾਂਵਾਲਾ, ਵਜ਼ੀਰਾਬਾਦ, ਪਿੰਡ ਦਾਦਨ ਖਾਂ ਦੇ ਇਹੀ ਜੋ ਪ੍ਰਦੇਸ਼ ਸਨ ਉਹਨਾਂ ਦੇ ਅਧਿਕਾਰ ਵਿੱਚ ਸਨ। ਜੋ ਵੀ ਬਾਅਦ ਵਿੱਚ ਇਹਨਾਂ ਦੇ ਸਾਮਰਾਜ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਦਕਾ, ਉਹਨਾਂ ਦੇ ਜੋ ਬਹਾਦਰੀ ਦੇ ਸਦਕਾ ਹੁੰਦੀਆਂ ਹਨ। ਸੋ ਅਸੀਂ ਹੁਣ ਕਰਾਂਗੇ ਉਹਨਾਂ ਦੀਆਂ ਮਹੱਤਵਪੂਰਨ ਜਿੱਤਾਂ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ।
पेपर दे विच इस इन्हां दे विचों जित्तां दे विचों तुहानूं समा पुछया जा सकदा है, किस दे नाल जिੱਤ किहड़ी हुई है, इस तरह पुछया जा सकदा है। सो असीं 2-3 जो जिੱਤਾਂ होणगीਆਂ बहुत ही इंपॉर्टेंट उसनूं डिटेल विच करांगे, बाकीआं दा असीं समा याद रखना है क्योंकि ये टॉपिक जो है बहुत ही ज़्यादा लेंथी है। इसनूं असीं डिटेल विच करांगे तां एक ही लड़ाई जो है उसनूं जो है अद्धे घंटे का समा घट्टो घट्ट लगेगा। सो तुसीं जो है मेन इंपॉर्टेंट जो लड़ाइयां होणगीਆਂ उन्हां नूं एग्जाम प्रैपरेशन दे एग्जाम रैलेवेंट उन्हां नूं याद रखना है। ਜਿਹੜੇ भी जो महत्वपूर्ण जिवें लाहौर की जिੱਤ है, अमृतसर की है, उसनूं असीं इंपॉर्टेंट वे दे नाल जो है याद रखना है सारा डिटेल दे विच। सो इस तरह असीं डिटेल दे विच ये जिੱਤਾਂ भी करांगे, बाकी इंपॉर्टेंट फैक्ट भी करांगे। जेकर उन्हां दी पहली जिੱਤ की गल की जाए, सब तो पहली जिੱਤ महाराजा रणजीत सिंह की सब तो पहली जिੱਤ जो सी और लाहौर की जिੱਤ सी 1799 ईस्वी का जो सी उस समय समा सी। बहुत ही इंपॉर्टेंट फैक्ट है, पेपर विच उन्हां दी जो पहली जिੱਤ पुछ ली जाती है 7 जुलाई कंप्लीट तुसीं डेट याद रख सकते हो, 7 जुलाई 1799 ईस्वी दे। उस समय जेकर असीं गल करिए उस समय भंगी सरदार सी, 3 भंगी सरदार सी, चेत सिंह, साहिब सिंह ते मोहर सिंह। ये तिन्ना भंगी सरदारां दा जो सी लाहौर दे विच जो सी दबदबा सी। इस तो पहला जमान शाह सी जो कि चौथा हमला पंजाब ते करदा है, तां ये जो भंगी सरदार हुंदे हन ये दौड़ जांदे हन, ये जनता ते बहुत सख्ती करते हैं। जिवें जमान शाह जो है अपना ध्यान होर पासे जिੱਤਾਂ ਵੱਲ करता है, हमलिਆਂ ਵੱਲ करता है, ये भंगी सरदार जो लाहौर दे विच कब्जा कर बैठते हैं। बहुत ज़्यादा जो हैं ये सख्ती करते हैं, लोगों को परेशान करते हैं क्योंकि इन्हां दा जो करैक्टर सी वो बिल्कुल जो सी लोग पसंद नहीं करते सन। ठीक है, सो बहुत ज़्यादा महाराजा रणजीत सिंह दे जो चर्चे लोगों को पता लगते हैं, वो की करते हैं प्रार्थना पत्र भेजते हैं महाराजा रणजीत सिंह नूं कि इन्हां तो सानू भंगी जो सरदार हैं इन्हां तो छुटकारा दिता जाए, सानू दवाया जाए। ठीक है, सो 6 इंपॉर्टेंट व्यक्ति होए हैं जो फैक्ट इंपॉर्टेंट हैं जिन्हां ने कि रणजीत सिंह नूं प्रार्थना पत्र भेजिया सी कि वो लाहौर दे विच जो हैं आउण ते इन्हां भंगी सरदारां दा खात्मा करन। सो 6 जो व्यक्ति सन हकीम हाकम राय, मियाँ आशिक, गुरबख्श सिंह, मुहम्मद ताहिर, मीर सादी मियाँ, मुहम्मद, ठीक है, मोहकम। ये जो सन ये इंपॉर्टेंट जो नाम सन जेड़े कि 6 व्यक्ति सन जिन्हां ने कि भंगी सरदारां दे विरोध जो है महाराजा रणजीत सिंह नूं एक प्रार्थना पत्र भेजिया सी। ठीक है, सो इन्हां विचों तुसीं एक नाम जो है इंपॉर्टेंट याद रखना है, मियाँ आशिक मुहम्मद। मियाँ आशिक मुहम्मद जिन्हां दी पुत्री दा विआह हुंदा है चौधरी बदरुद्दीन दे नाल। चौधरी बदरुद्दीन दे नाल जो है लोगों का जो संबंध वधिया नहीं हुंदे, लोग उन्हां दे विरोधी हुंदे हन ते वो की करते हैं, वो चेत सिंह जो भंगी सरदार है उस कोल शिकायत कर दिंदे हैं कि ये तो जो है जमान शाह दे नाल जो है संबंध रखता है, उस दे नाल पत्र विहार करता है। सो इस तरह जो मियाँ आशिक मुहम्मद होंदे हैं उन्होंने चेत सिंह बहुत ही ज़्यादा जो है तसीहे दिंदा है, कष्ट दिंदा है, जंजीरां विच जकड़ के कैद कर लैंदा है। सो इस तरह बहुत ही ज़्यादा इन्हां भंगी सरदारां दा दबदबा सी। इन्हां दे गलत कम्मां सदका ही इन्हां नूं जो है लाहौर दे विच इन्हां नूं भजाया गया महाराजा रणजीत सिंह दे द्वारा, ते लाहौर की जिੱਤ जो है वो महाराजा रणजीत सिंह ने प्राप्त की है 1799 ईस्वी दे विच। जेकर असी सैना की गल करिए, सैना किवें भेजी महाराजा रणजीत सिंह ने लाहौर की जिੱਤ दे लई, तां सੱਸ दी जो है उन्होंने मदद लई, इस दे विच सੱਸ उन्हां दे रणजीत सिंह दे सदा कौर जी नाल सन। लाहौर वाल सैना भेजी है, सैना के 2 हिस्से किए गए हैं, एक जो है उसनूं लाहौरी दरवाजे वालों शहर ते हमला किया गया ते सੱਸ सदा कौर की कमांड दे विच दिल्ली दरवाजे तो जो है हमला किया गया। सो जो 2 भंगी सरदार सन साहिब सिंह ते मोहर सिंह वो तो दौड़ गए सन, उन्होंने तो युद्ध का जो है चंगी तरह उस दे विच अपना जो है साथ जो है नहीं निभाया बाकियां दा, पर जो चेत सिंह सी उसने अपने आप नूं जो है रोक लिया सी अंदर ही। ते इस तरह जो है ये जो भंगी सरदार सन इन्हां दा जो है बिल्कुल इन्हां दा दबदबा खत्म किया गया लाहौर दे उत्ते, ते महाराजा रणजीत सिंह ने लाहौर दे विच इंपॉर्टेंट जिੱਤ जो है 1799 ईस्वी की 7 जुलाई दे विच प्राप्त की। सो ये इंपॉर्टेंट जिੱਤ बहुत ही ज़्यादा जो है पेपर दे विच पुछ लई जाती है। सो इसलिए मैं इसनूं जो है बहुत ही इंपॉर्टेंट वे दे नाल तुहाडे अगे डिस्क्राइब किया है। सो इस तो बाद इंपॉर्टेंट वे ना तुसीं ये भी याद रख सकते हो कि रणजीत सिंह दा जो है इस दे नाल उन्हां दे जो है जिੱਤਾਂ ਵੱਲ ਨੂੰ जो है बहुत ही ज़्यादा पैर अगांह वधू हो जाते हैं। उन्होंने सिक्के भी चलाए सन जिन्हों कि नानकशाही जो उन्हों का नाम रखा गया, नानकशाही सिक्के उन्होंने कहा गया।
ਤੇ ਇਸ ਜਿੱਤ ਤੋਂ ਬਾਅਦ ਹੀ ਜੋ ਹੈ ਉਹਨਾਂ ਨੇ ਮਹਾਰਾਜਾ ਦੀ ਉਪਾਧੀ ਉਹਨਾਂ ਨੂੰ ਮਿਲੀ ਹੈ। ਕਦੋਂ ਮਿਲੀ ਹੈ ਤੁਸੀਂ ਇਹ ਵੀ ਯਾਦ ਰੱਖਣਾ ਹੈ। ਇਸ ਤੋਂ ਪਹਿਲਾਂ ਭਸੀਨ ਦੀ ਲੜਾਈ ਹੋਈ ਹੈ ਇੱਕ ਉਹਨਾਂ ਦੀ 1800 ਈਸਵੀ ਦੇ ਵਿੱਚ, ਉਹ ਵੀ ਤੁਸੀਂ ਯਾਦ ਰੱਖਣੀ ਹੈ। ਤੇ ਉਹਨਾਂ ਨੂੰ 12 ਅਪ੍ਰੈਲ 1801 ਈਸਵੀ ਦੇ ਵਿੱਚ ਉਹਨਾਂ ਦੀ ਰਸਮ ਹੋਈ ਹੈ, ਉਹਨਾਂ ਨੂੰ ਉਪਾਧੀ ਦਿੱਤੀ ਗਈ ਹੈ ਮਹਾਰਾਜਾ ਦੀ ਉਪਾਧੀ। ਕਦੋਂ ਦਿੱਤੀ ਗਈ ਹੈ ਤਾਂ ਇਹ 12 ਅਪ੍ਰੈਲ 1801 ਈਸਵੀ ਨੂੰ। ਇਹ ਇੰਪੋਰਟੈਂਟ ਤੁਸੀਂ ਫੈਕਟ ਜੋ ਹੈ ਉਹ ਯਾਦ ਰੱਖਣਾ ਹੈ, ਠੀਕ ਹੈ। ਸੋ ਨੈਕਸਟ ਇੰਪੋਰਟੈਂਟ ਅਸੀਂ ਜੋ ਲੜਾਈ ਕਰਾਂਗੇ ਉਹ ਹੈ ਅੰਮ੍ਰਿਤਸਰ ਦੀ ਲੜਾਈ 1805 ਈਸਵੀ ਦੀ। ਇਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਲੜਾਈ ਕਦੋਂ ਹੋਈ, ਕਿਸ ਨੂੰ ਹਰਾਇਆ, ਤਾਂ ਇਸ ਵਿੱਚ ਮਾਈ ਸੁੱਖਾ ਨੂੰ ਹਰਾਇਆ ਸੀ। ਜੇਕਰ ਅਸੀਂ ਗੱਲ ਕਰੀਏ ਮਾਈ ਸੁੱਖਾ ਕੌਣ ਸੀ, ਇਸ ਤਰ੍ਹਾਂ ਵੀ ਪੇਪਰ ਵਿੱਚ ਪੁੱਛ ਲਿਆ ਜਾ ਸਕਦਾ ਹੈ। ਜੋ ਮਾਈ ਸੁੱਖਾ ਸੀ ਉਹ ਗੁਲਾਬ ਸਿੰਘ ਭੰਗੀ ਸਰਦਾਰ ਸੀ, ਉਸ ਦੀ ਵਿਧਵਾ ਸੀ। ਮਾਈ ਸੁੱਖਾ ਕਿਸ ਦੀ ਵਿਧਵਾ ਸੀ? ਗੁਲਾਬ ਸਿੰਘ ਭੰਗੀ ਦੀ। ਇਸ ਤਰ੍ਹਾਂ ਪੇਪਰ ਵਿੱਚ ਪੁੱਛ ਲਿਆ ਜਾ ਸਕਦਾ ਹੈ। ਸੋ ਜੋ ਮਹਾਰਾਜਾ ਰਣਜੀਤ ਸਿੰਘ ਜੀ ਸਨ ਉਹਨਾਂ ਨੇ ਕੀ ਕੀਤਾ, ਲਾਹੌਰ ਨੂੰ ਜੋ ਹੈ ਪੰਜਾਬ ਦੀ ਰਾਜਧਾਨੀ ਮੰਨਿਆ ਜਾਂਦਾ। ਇਸ ਤਰ੍ਹਾਂ ਲਾਹੌਰ ਦੀ ਜਿੱਤ ਸਾਡੇ ਲਈ ਇੰਪੋਰਟੈਂਟ ਹੈ, ਠੀਕ ਹੈ, ਉਸ ਨੂੰ ਜੋ ਹੈ ਡਿਟੇਲ ਵਿੱਚ ਜਾਣਨਾ ਜ਼ਰੂਰੀ ਹੈ। ਇਸ ਦੇ ਲਈ ਮਹਾਰਾਜਾ ਰਣਜੀਤ ਸਿੰਘ ਲਈ ਵੀ ਉਨੀ ਹੀ ਲਾਹੌਰ ਦੀ ਜਿੱਤ ਇੰਪੋਰਟੈਂਟ ਸੀ ਤੇ ਅੰਮ੍ਰਿਤਸਰ ਦੀ ਜਿੱਤ ਵੀ ਉਨੀ ਇੰਪੋਰਟੈਂਟ ਸੀ, ਕਿਉਂਕਿ ਅੰਮ੍ਰਿਤਸਰ ਜੋ ਹੈ ਉਹ ਧਾਰਮਿਕ ਰਾਜਧਾਨੀ ਹੈ ਸਿੱਖਾਂ ਦੀ, ਠੀਕ ਹੈ। ਸਿੱਖਾਂ ਦੀ ਜੋ ਹੈ ਧਾਰਮਿਕ ਰਾਜਧਾਨੀ ਮੰਨੀ ਜਾਂਦੀ ਹੈ ਅੰਮ੍ਰਿਤਸਰ ਸਾਹਿਬ, ਠੀਕ ਹੈ। ਸੋ ਉਹ ਜਿੱਤ ਨੂੰ ਜੋ ਅਸੀਂ ਕਰ ਰਹੇ ਹਾਂ ਜਿਸ ਦੇ ਵਿੱਚ ਮਾਈ ਸੁੱਖਾ ਨੂੰ ਜੋ ਹੈ ਉਹ ਹਰਾਇਆ ਗਿਆ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਮਹਾਰਾਜਾ ਜੋ ਰਣਜੀਤ ਸਿੰਘ ਜੀ ਹਨ ਉਹਨਾਂ ਦਾ ਮਿੱਤਰ ਜੋ ਹੁੰਦਾ ਹੈ ਫਤਿਹ ਸਿੰਘ ਆਹਲੂਵਾਲੀਆ ਤੇ ਸੱਸ ਸਦਾ ਕੌਰ ਜੋ ਹਨ ਉਹ ਕਮਾਂਡ ਸੰਭਾਲਦੇ ਹਨ। ਉਹਨਾਂ ਦੀਆਂ ਸੈਨਾਵਾਂ ਸਮੇਤ ਅੰਮ੍ਰਿਤਸਰ ਪਹੁੰਚ ਕੇ ਲੋਹਗੜ੍ਹ ਜੋ ਹੈ ਉਸਨੂੰ ਘੇਰਾ ਪਾ ਲਿਆ ਜਾਂਦਾ ਹੈ। 2 ਘੰਟੇ ਜੋ ਮਾਈ ਸੁੱਖਾ ਹੁੰਦੀ ਹੈ ਉਹ ਇਹਨਾਂ ਦਾ ਮੁਕਾਬਲਾ ਕਰਦੀ ਹੈ, ਜੋ ਫਤਿਹ ਸਿੰਘ ਆਹਲੂਵਾਲੀਆ ਤੇ ਸੱਸ ਸਦਾ ਕੌਰ ਦੀਆਂ ਸੈਨਾਵਾਂ ਹੁੰਦੀਆਂ ਹਨ। 2 ਘੰਟੇ ਤੱਕ ਜੋ ਹੈ ਉਹ ਸਾਹਮਣਾ ਕਰਦੀ ਹੈ, ਮੁਕਾਬਲਾ ਕਰਦੀ ਹੈ, ਪਰ ਜੋਧ ਸਿੰਘ ਰਾਮਗੜੀਆ ਤੇ ਅਕਾਲੀ ਫੂਲਾ ਸਿੰਘ ਉਹ ਜੋ ਹਨ ਉਹਨਾਂ ਦੇ ਸਮਝੌਤੇ ਦੇ ਉੱਤੇ ਜੋ ਕਿਲ੍ਹਾ ਹੁੰਦਾ ਹੈ ਉਹ ਖਾਲੀ ਕਰ ਦਿੱਤਾ ਜਾਂਦਾ ਹੈ। ਤੇ ਇਸ ਸਾਰੇ ਜੋ ਅੰਮ੍ਰਿਤਸਰ ਦਾ ਜੋ ਇਲਾਕਾ ਸੀ ਇਸ ਦੇ ਉੱਤੇ ਜੋ ਕਿਲ੍ਹੇ ਤੇ ਜੋ ਹੈ ਸ਼ਹਿਰ ਤੇ ਜੋ ਹੈ 24 ਫਰਵਰੀ ਤੁਸੀਂ ਫੈਕਟ ਯਾਦ ਰੱਖ ਸਕਦੇ ਹੋ, 24 ਫਰਵਰੀ 1805 ਨੂੰ ਜੋ ਹੈ ਮਹਾਰਾਜਾ ਰਣਜੀਤ ਸਿੰਘ ਦਾ ਜੋ ਹੈ ਕਬਜ਼ਾ ਹੋ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ, ਠੀਕ ਹੈ। ਸੋ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹੀ ਕਰਦੇ ਹਨ, ਗੁਰਦਿੱਤ ਸਿੰਘ ਹਨ ਭੰਗੀ, ਠੀਕ ਹੈ, ਸੁੱਖਾ ਮਾਈ ਸੁੱਖਾ ਹੈ, ਇਹਨਾਂ ਨੂੰ ਗੁਜ਼ਾਰੇ ਦੇ ਲਈ ਮਹਾਰਾਜਾ ਰਣਜੀਤ ਸਿੰਘ ਜਾਗੀਰ ਦੇ ਦਿੰਦੇ ਹਨ। ਸੋ ਇਸ ਅੰਮ੍ਰਿਤਸਰ ਦੇ ਉੱਤੇ ਜੋ ਹੈ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਹੋ ਜਾਂਦਾ ਹੈ। ਕਦੋਂ ਹੁੰਦਾ ਹੈ? ਬਹੁਤ ਹੀ ਇੰਪੋਰਟੈਂਟ 1805 ਈਸਵੀ ਦੇ ਵਿੱਚ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿੱਤ ਇਸ ਕਰਕੇ ਵੀ ਹੈ ਕਿਉਂਕਿ ਇਸ ਜਿੱਤ ਤੋਂ ਬਾਅਦ ਜੋ ਆਰਥਿਕ ਸਾਧਨਾਂ ਦੇ ਵਿੱਚ ਜੋ ਹੈ ਆਰਥਿਕ ਸਾਧਨ ਮਹਾਰਾਜਾ ਰਣਜੀਤ ਸਿੰਘ ਦੇ ਹੁੰਦੇ ਹਨ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਜੋ ਹੈ ਵਾਧਾ ਹੁੰਦਾ ਹੈ। ਸੋ ਇਸ ਤਰ੍ਹਾਂ ਇਹ ਦੋਨੇ ਹੀ ਜੋ ਜਿੱਤਾਂ ਹਨ ਬਹੁਤ ਹੀ ਜ਼ਿਆਦਾ ਜੋ ਹਨ ਇੰਪੋਰਟੈਂਟ ਹਨ, ਤੁਸੀਂ ਇਸ ਨੂੰ ਜੋ ਹੈ ਯਾਦ ਰੱਖਣਾ ਹੈ। ਨੈਕਸਟ ਅਸੀਂ ਹੁਣ ਕਰਾਂਗੇ ਮਿਸਲਾਂ ਪ੍ਰਤੀ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਕਿਸ ਤਰ੍ਹਾਂ ਦੀ ਰਹੀ ਸੀ। ਕੁਝ ਮਿਸਲਾਂ ਸੀ ਜਿਨ੍ਹਾਂ ਦੇ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਨੇ ਮਿੱਤਰਤਾ ਦੀ ਨੀਤੀ ਅਪਣਾਈ ਹੈ, ਕੁਝ ਮਿਸਲਾਂ ਸੀ ਜਿਨ੍ਹਾਂ ਪ੍ਰਤੀ ਉਹਨਾਂ ਨੇ ਜੋ ਹੈ ਯੁੱਧ ਦੀ ਨੀਤੀ ਅਪਣਾਈ ਹੈ। ਸੋ ਬਹੁਤ ਹੀ ਇੰਪੋਰਟੈਂਟ ਜੋ ਇਹ ਫੈਕਟ ਹਨ, ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਜੋ ਹਨ ਮਿਸਲ ਦੇ ਪ੍ਰਤੀ ਕਿਸ ਤਰ੍ਹਾਂ ਦੀ ਨੀਤੀ ਅਪਣਾਈ। ਜੇਕਰ ਅਸੀਂ ਮਿੱਤਰਤਾ ਦੀ ਨੀਤੀ ਦੀ ਗੱਲ ਕਰੀਏ ਤਾਂ ਘਨੱਈਆ ਮਿਸਲ ਦੇ ਨਾਲ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੀ ਮਿੱਤਰਤਾ ਦੀ ਨੀਤੀ ਸੀ, ਕਿਉਂਕਿ ਅਸੀਂ ਕੀਤਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਵੀ ਸੀ ਉਹ ਘਨੱਈਆ ਮਿਸਲ ਦੇ ਜੈ ਚੰਦ ਦੀ ਪੋਤੀ ਦੇ ਨਾਲ ਤੇ ਗੁਰਬਖਸ਼ ਸਿੰਘ ਦੀ ਪੁੱਤਰੀ ਦੇ ਨਾਲ ਹੋਇਆ ਸੀ। ਸੋ ਘਨੱਈਆ ਮਿਸਲ ਦੇ ਨਾਲ ਮਿੱਤਰਤਾਪੂਰਨ ਜੋ ਨੀਤੀ ਰਹੀ ਹੈ, ਆਹਲੂਵਾਲੀਆ ਮਿਸਲ ਦੇ ਨਾਲ ਮਿੱਤਰਤਾਪੂਰਨ ਨੀਤੀ ਰਹੀ ਹੈ ਤੇ ਰਾਮਗੜੀਆ ਮਿਸਲ ਦੇ ਨਾਲ ਜੋ ਹੈ ਮਿੱਤਰਤਾਪੂਰਨ ਨੀਤੀ ਜੋ ਉਹਨਾਂ ਦੀ ਰਹੀ ਹੈ। ਜੇਕਰ ਅਸੀਂ ਯੁੱਧ ਨੀਤੀ ਦੀ ਗੱਲ ਕਰੀਏ ਤਾਂ ਭੰਗੀ ਮਿਸਲ ਦੇ ਵਿਰੁੱਧ ਉਹਨਾਂ ਨੇ ਯੁੱਧ ਕੀਤਾ ਹੈ, ਡੱਲੇਵਾਲੀਆ ਦੇ ਵਿਰੁੱਧ ਯੁੱਧ ਕੀਤਾ ਹੈ। ਯੁੱਧ ਨੀਤੀ ਦੀਆਂ ਜੋ ਹਨ ਯੁੱਧ ਨੀਤੀ ਅਪਣਾ ਕੇ ਉਹਨਾਂ ਨੇ ਮਿਸਲਾਂ ਨੂੰ ਆਪਣੇ ਅਧੀਨ ਕੀਤਾ ਹੈ। ਭੰਗੀ ਮਿਸਲ, ਡੱਲੇਵਾਲੀਆ ਮਿਸਲ, ਕਰੋੜ ਸਿੰਘੀਆ ਮਿਸਲ, ਨਕਈ ਮਿਸਲ ਤੇ ਫੈਜ਼ਲਪੁਰੀਆ ਮਿਸਲ। ਜੇਕਰ ਅਸੀਂ ਫੈਜ਼ਲਪੁਰੀਆ ਮਿਸਲ ਦਾ ਟਾਈਮ ਯਾਦ ਰੱਖੀਏ ਤਾਂ 1811 ਈਸਵੀ ਦੇ ਵਿੱਚ ਜੋ ਹੈ ਇਸ ਨੂੰ ਆਪਣੇ ਅਧਿਕਾਰ ਦੇ ਵਿੱਚ ਲਿਆ ਸੀ। ਨਕਈ ਮਿਸਲ ਨੂੰ 1810 ਈਸਵੀ ਦੇ ਵਿੱਚ ਲਿਆ ਸੀ, ਠੀਕ ਹੈ। ਕਰੋੜ ਸਿੰਘੀਆ ਜੋ ਮਿਸਲ ਹੈ ਇਸ ਨੂੰ 1809 ਈਸਵੀ ਦੇ ਵਿੱਚ ਲਿਆ ਸੀ। ਡੱਲੇਵਾਲੀਆ ਜੋ ਮਿਸਲ ਹੈ ਇਸ ਨੂੰ 1807 ਈਸਵੀ ਦੇ ਵਿੱਚ ਲਿਆ ਸੀ ਤੇ ਜੋ ਭੰਗੀ ਮਿਸਲ ਹੈ ਇਸ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਜੋ ਹੈ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਯੁੱਧ ਨੀਤੀ ਦੇ ਵਿੱਚ ਜੋ ਹੈ ਇਸ ਨੂੰ ਸ਼ਾਮਿਲ ਕੀਤਾ, ਠੀਕ ਹੈ। ਬਹੁਤ ਹੀ ਇੰਪੋਰਟੈਂਟ ਇਹ ਸਾਰੇ ਹੀ ਫੈਕਟ ਸਨ ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਨੀਤੀ ਅਪਣਾਈ ਕਿਸ ਮਿਸਲ ਦੇ ਪ੍ਰਤੀ, ਇਸ ਤਰ੍ਹਾਂ ਪੇਪਰ ਦੇ ਵਿੱਚ ਜੋ ਹੈ ਕੁਐਸਚਨ ਫੈਕਟ ਤੁਹਾਨੂੰ ਪੁੱਛਿਆ ਜਾ ਸਕਦਾ ਹੈ।
ਹੁਣ ਅਸੀਂ ਕਰਾਂਗੇ महाराजा रणजीत सिंह ਦੀਆਂ ਕੁਝ ਇੰਪੋਰਟੈਂਟ ਜਿੱਤਾਂ, ਜਿਸ ਦੇ ਵਿੱਚ ਉਹਨਾਂ ਨੇ ਕਿਸ ਨੂੰ ਹਰਾਇਆ, ਜਿੱਤ ਕਦੋਂ ਹੋਈ ਹੈ। ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਤਾਂ ਕਸੂਰ ਦੀ ਜਿੱਤ ਹੈ 1807 ਈਸਵੀ ਦੀ, ਜਿਸ ਵਿੱਚ ਉਹਨਾਂ ਨੇ ਕੁਤਬਦੀਨ ਨੂੰ ਹਰਾਇਆ ਹੈ। ਝੰਗ ਦੀ ਜਿੱਤ ਹੈ ਉਹ ਵੀ 1807 ਈਸਵੀ ਨੂੰ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਅਹਿਮਦ ਖਾਨ ਨੂੰ ਹਰਾਇਆ ਹੈ। ਬਹਾਵਲਪੁਰ ਦੀ ਜਿੱਤ ਹੈ 1807 ਈਸਵੀ ਦੀ, ਜਿਸ ਵਿੱਚ ਉਹਨਾਂ ਨੇ ਬਹਾਵਲ ਖਾਂ ਨੂੰ ਹਰਾਇਆ ਹੈ। ਅਖਨੂਰ ਤੇ ਉਹਨਾਂ ਨੇ 1808 ਈਸਵੀ ਦੇ ਵਿੱਚ ਜੋ ਹੈ ਕਬਜ਼ਾ ਕੀਤਾ ਸੀ, ਆਲਮ ਖਾਂ ਨੂੰ ਹਰਾ ਕੇ ਉਹਨਾਂ ਨੇ ਇਸ ਅਖਨੂਰ ਜੋ ਜਗ੍ਹਾ ਸੀ ਇਸ ਦੇ ਉੱਤੇ ਜੋ ਉਹਨਾਂ ਨੇ ਆਪਣਾ ਅਧਿਕਾਰ ਜਮਾਇਆ। ਖੁਸ਼ਾਬ ਤੇ ਮਾਹੀਵਾਲ ਦੀ ਜਿੱਤ 1810 ਈਸਵੀ ਦੀ ਹੈ, ਜਿਸ ਵਿੱਚ ਜ਼ਫਰ ਖਾਨ ਨੂੰ ਹਰਾਇਆ ਤੇ ਹਾਕਮ ਫਤਿਹ ਖਾਨ ਨੂੰ ਹਰਾਇਆ ਸੀ। ਇਸ ਤੋਂ ਬਾਅਦ ਜੋ ਇੰਪੋਰਟੈਂਟ ਜੋ ਜਿੱਤ ਹੈ ਜੰਮੂ ਦੀ ਹੈ, 1809 ਈਸਵੀ ਦੇ ਵਿੱਚ ਹੋਈ ਸੀ। ਜੋ ਜਿੱਤ ਹੈ ਇਹ ਸਵਰਗੀ ਜੈ ਸਿੰਘ ਦੀ ਮੌਤ ਤੋਂ ਬਾਅਦ ਇਹਨਾਂ ਨੇ ਪ੍ਰਾਪਤ ਕੀਤੀ ਸੀ। ਤੇ ਇਸ ਦੇ ਵਿੱਚ ਇੰਪੋਰਟੈਂਟ ਫੈਕਟ ਜੋ ਕਰਨ ਵਾਲੇ ਹਨ, ਇੰਪੋਰਟੈਂਟ ਵੇ ਨਾਲ ਪੇਪਰ ਵਿੱਚ ਪੁੱਛ ਲਏ ਜਾ ਸਕਦੇ ਹਨ, ਉਹ ਹਨ ਕਿ ਜੰਮੂ ਦਾ ਗਵਰਨਰ ਕਿਸ ਨੂੰ ਥਾਪਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ। ਤਾਂ ਉਹ ਗਵਰਨਰ ਥਾਪਿਆ ਗਿਆ ਸੀ ਜਮਾਂਦਰ ਖੁਸ਼ਹਾਲ ਸਿੰਘ ਨੂੰ, ਠੀਕ ਹੈ। ਤੇ ਜੋ ਰਾਜਾ ਉੱਥੋਂ ਦਾ ਬਣਾਇਆ ਗਿਆ ਸੀ ਉਹ ਸੀ ਡੋਗਰਾ ਸਰਦਾਰ ਗੁਲਾਬ ਸਿੰਘ। ਸੋ ਇਹ ਦੋਨੋਂ ਹੀ ਇੰਪੋਰਟੈਂਟ ਨਾ ਤੁਸੀਂ ਯਾਦ ਰੱਖਣੇ ਹਨ। ਗਵਰਨਰ ਥਾਪਿਆ ਗਿਆ ਜਮਾਂਦਰ ਖੁਸ਼ਹਾਲ ਸਿੰਘ ਨੂੰ ਤੇ ਜੋ ਰਾਜਾ ਸੀ ਉਹ ਡੋਗਰਾ ਸਰਦਾਰ ਗੁਲਾਬ ਸਿੰਘ ਸੀ। ਇਸ ਤੋਂ ਬਾਅਦ ਇੰਪੋਰਟੈਂਟ ਉਹਨਾਂ ਦੀ ਜਿੱਤ ਆਉਂਦੀ ਹੈ ਸਿਆਲਕੋਟ ਦੀ ਜਿੱਤ 1808 ਈਸਵੀ ਦੀ ਜਿੱਤ ਹੈ। ਕਾਂਗੜੇ ਦੀ ਜਿੱਤ ਹੈ 1809 ਈਸਵੀ ਦੀ, ਜਿਸ ਵਿੱਚ ਅਮਰ ਸਿੰਘ ਥਾਪਾ ਨੂੰ ਹਰਾਇਆ ਸੀ। ਕਸ਼ਮੀਰ ਦੀ ਇੰਪੋਰਟੈਂਟ ਜਿੱਤ ਹੈ 1819 ਈਸਵੀ ਦੀ, ਜਿਸ ਦੇ ਵਿੱਚ ਜੋ ਹੈ ਜਬਰ ਖਾਨ ਨੂੰ ਹਰਾਇਆ ਗਿਆ ਹੈ। ਬਹੁਤ ਹੀ ਇੰਪੋਰਟੈਂਟ ਹੈ ਜਿੱਤ ਕਸ਼ਮੀਰ ਦੀ ਵੀ। ਇਸ ਦੇ ਨਾਲ ਹੀ ਅਟਕ ਦੀ ਜਿੱਤ ਹੈ 1813 ਈਸਵੀ ਦੀ, ਜਿਸ ਦੇ ਵਿੱਚ ਫਤਿਹ ਖਾਨ ਨੂੰ ਹਰਾਇਆ ਹੈ। ਮੁਲਤਾਨ ਦੀ ਜਿੱਤ ਬਹੁਤ ਇੰਪੋਰਟੈਂਟ ਹੈ 1818 ਈਸਵੀ ਦੀ ਜਿੱਤ ਹੈ। ਨਵਾਬ ਮੁਜ਼ੱਫਰ ਖਾਨ ਨੂੰ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਰਾਇਆ ਹੈ। ਤੇ ਮੁਲਤਾਨ ਦੇ ਨਾਲ ਜੋ ਇੰਪੋਰਟੈਂਟ ਫੈਕਟਰ ਰਿਲੇਟਡ ਬਹੁਤ ਹੀ ਜ਼ਿਆਦਾ ਜੋ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ, ਕਿਸ ਇਲਾਕੇ ਨੂੰ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤਣ ਦੇ ਲਈ ਸਭ ਤੋਂ ਵੱਧ ਸਮਾਂ ਲੱਗਿਆ। ਸੋ ਇਹ ਮੁਲਤਾਨ ਹੀ ਇੱਕ ਅਜਿਹੀ ਜਿੱਤ ਸੀ ਜਿਸ ਨੂੰ ਜਿੱਤਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਹੈ ਸਭ ਤੋਂ ਵੱਧ ਜੋ ਸਮਾਂ ਲੱਗਿਆ ਸੀਗਾ। ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਮੁਲਤਾਨ ਜਿੱਤ ਜੋ ਹੈ ਬਹੁਤ ਹੀ ਇੰਪੋਰਟੈਂਟ ਹੈ। ਡੇਰਾ ਜਾਤ ਦੀ ਜਿੱਤ ਉਸ ਤੋਂ ਬਾਅਦ ਤੁਸੀਂ ਯਾਦ ਰੱਖ ਸਕਦੇ ਹੋ 1821 ਈਸਵੀ ਦੇ ਵਿੱਚ ਹੋਈ ਸੀ। ਜ਼ਮਾਨ ਖਾਂ ਨੂੰ ਇਸ ਵਿੱਚ ਹਰਾਇਆ ਗਿਆ ਸੀ। ਪਿਸ਼ਾਵਰ ਦੀ ਜਿੱਤ ਬਹੁਤ ਹੀ ਇੰਪੋਰਟੈਂਟ ਹੈ 1837 ਈਸਵੀ ਦੀ ਜਿੱਤ ਹੈ। ਸੋ ਫਰੈਂਡਸ ਜਿਹੜੀਆਂ ਜਿੱਤਾਂ ਇੰਪੋਰਟੈਂਟ ਹੋਣਗੀਆਂ ਹੋਰ ਉਹ ਅਸੀਂ ਨੈਕਸਟ ਵੀਡੀਓ ਵਿੱਚ ਵੀ ਕਰਾਂਗੇ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਕਿਸ ਤਰ੍ਹਾਂ ਦੇ ਸੰਬੰਧ ਰਹੇ ਸਨ ਉਹ ਵੀ ਕਰਾਂਗੇ। ਜੋ ਉਹਨਾਂ ਦਾ ਸਿਵਲ ਸ਼ਾਸਨ ਪ੍ਰਬੰਧ ਸਾਰਾ ਹੀ ਉਹਨਾਂ ਦਾ ਜੋ ਪ੍ਰਬੰਧ ਕਿਸ ਤਰ੍ਹਾਂ ਦਾ ਰਿਹਾ ਉਸ ਨੂੰ ਵੀ ਅਸੀਂ ਡਿਟੇਲ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਟੌਪਿਕ ਹੈ ਬਹੁਤ ਜ਼ਿਆਦਾ ਲੈਂਥੀ ਹੈ। ਸੋ ਇਸ ਨੂੰ ਅਸੀਂ ਡਿਟੇਲ ਦੇ ਵਿੱਚ ਜੋ ਜੇਕਰ ਪਾਰਟ ਵਾਈਜ਼ ਕਰਾਂਗੇ ਤਾਂ ਸਾਨੂੰ ਇਸ ਦੇ ਵਿੱਚ ਜੋ ਹੈ ਸਮਝਣ ਦੇ ਵਿੱਚ ਵੀ ਬਹੁਤ ਜ਼ਿਆਦਾ ਆਸਾਨੀ ਹੋਏਗੀ। ਸੋ ਅਸੀਂ ਕੁਝ ਫੈਕਟ ਜੋ ਕਿਸ ਤਰ੍ਹਾਂ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ, ਇੰਪੋਰਟੈਂਟ ਕੁਐਸਚਨ ਕਿਸ ਤਰ੍ਹਾਂ ਪੁੱਛੇ ਜਾ ਸਕਦੇ ਹਨ, ਉਹਨਾਂ ਨੂੰ ਥੋੜ੍ਹਾ ਜੋ ਹੈ ਦੇਖ ਸਕਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੀ ਰਸਮ ਮਨਾਈ ਜਾਂ ਉਹਨਾਂ ਨੇ ਜੋ ਹੈ ਉਪਾਧੀ ਜੋ ਹੈ ਕਦੋਂ ਧਾਰਨ ਕੀਤੀ ਹੈ, ਕਦੋਂ ਲਈ ਹੈ, ਤਾਂ 1801 ਈਸਵੀ ਦੇ ਵਿੱਚ ਵਿਸਾਖੀ ਦੇ ਦਿਹਾੜੇ ਉਹਨਾਂ ਨੂੰ ਜੋ ਹੈ ਮਹਾਰਾਜਾ ਦੀ ਉਪਾਧੀ ਜੋ ਦਿੱਤੀ ਗਈ ਸੀ ਉਹਨਾਂ ਰਸਮ ਮਨਾਈ ਹੋਈ ਸੀ। ਤੇ ਖਾਲਸਾ ਨੂੰ ਜੋ ਹੈ ਉਹਨਾਂ ਨੇ ਸਰਵਉੱਚ ਸ਼ਕਤੀ ਮੰਨਿਆ ਸੀ। ਜੇਕਰ ਪੇਪਰ ਵਿੱਚ ਪੁੱਛ ਲਿਆ ਜਾਵੇ ਕਿਸ ਨੂੰ ਸਰਵਉੱਚ ਸ਼ਕਤੀ ਮੰਨਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਤਾਂ ਖਾਲਸਾ ਨੂੰ ਜੋ ਹੈ ਸਰਵਉੱਚ ਸ਼ਕਤੀ ਮੰਨਿਆ ਗਿਆ। ਇਸ ਦੇ ਨਾਲ ਹੀ ਜੋ ਹੈ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉਹਨਾਂ ਨੇ ਸਿੱਕੇ ਚਲਾਏ, ਜਿਨ੍ਹਾਂ ਨੂੰ ਨਾਨਕ ਸ਼ਾਹੀ ਜੋ ਉਹਨਾਂ ਦਾ ਨਾਮ ਰੱਖਿਆ ਗਿਆ। ਸੋ ਸਿੱਕੇ ਕਿਹੜੇ ਚਲਾਏ ਤੁਸੀਂ ਇਹ ਵੀ ਯਾਦ ਰੱਖਣਾ ਹੈ, ਨਾਨਕ ਸ਼ਾਹੀ ਸਿੱਕੇ ਚਲਾਏ ਸੀ ਉਹਨਾਂ ਨੇ। ਹੁਣ ਅਸੀਂ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੇਕਰ ਪੁੱਛ ਲਿਆ ਜਾਵੇ ਅਫਗਾਨਿਸਤਾਨ ਦਾ ਸ਼ਾਸਕ ਕੌਣ ਸੀ, ਤਾਂ ਸ਼ਾਹ ਜਮਾਨ ਜੋ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਫਗਾਨਿਸਤਾਨ ਦਾ ਜੋ ਸੀ ਉਹ ਸ਼ਾਸਕ ਸੀ। ਇਸ ਦੇ ਨਾਲ ਹੀ ਇੰਪੋਰਟੈਂਟ ਹੈ ਜੋ 3 ਹਮਲੇ ਕੀਤੇ ਗਏ ਸਨ ਸ਼ਾਹ ਜਮਾਨ ਦੇ ਦੁਆਰਾ। ਸ਼ਾਹ ਜਮਾਨ ਜੋ ਸੀ ਕਿਸ ਦਾ ਪੁੱਤਰ ਸੀ, ਤੈਮੂਰ ਦਾ। ਦੇਖ ਸਕਦੇ ਹੋ ਤੁਸੀਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਹੋਇਆ ਹੈ, ਤੈਮੂਰ ਦਾ ਪੁੱਤਰ ਸ਼ਾਹ ਜਮਾਨ ਹੋਇਆ ਹੈ। ਸੋ ਉਸਨੇ 1793, 95, 96 ਦੇ ਵਿੱਚ ਜੋ ਹੈ ਸੀਕੁਐਂਸ ਵਾਈਜ਼ 3 ਹਮਲੇ ਪੰਜਾਬ ਤੇ ਕੀਤੇ ਸਨ। ਇਹ ਵੀ ਪੁੱਛ ਲਏ ਜਾ ਸਕਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਜੋ ਹੈ ਨੇਪਾਲ ਦੇ ਗੋਰਖਿਆਂ ਨਾਲ ਜੋ ਹੈ ਕਿਹੜੀ ਲੜਾਈ ਲੜੀ, ਤਾਂ ਕਾਂਗੜਾ ਦੀ ਲੜਾਈ ਉਹਨਾਂ ਨੇ ਲੜੀ ਸੀ 1809 ਈਸਵੀ ਦੀ। ਮੋਸਟ ਇੰਪੋਰਟੈਂਟ ਜੋ ਹੈ ਇਹ ਲੜਾਈ ਪੁੱਛ ਲਈ ਜਾ ਸਕਦੀ ਹੈ। ਗੋਰਖਿਆਂ ਦੇ ਨਾਲ, ਨੇਪਾਲ ਦੇ ਗੋਰਖਿਆਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਲੜਾਈ ਲੜੀ, ਸੋ 1809 ਈਸਵੀ ਦੀ ਹੈ। ਇਸ ਤੋਂ ਬਾਅਦ ਜੇਕਰ ਜਿਹੜੀ ਅਸੀਂ ਇੰਪੋਰਟੈਂਟ ਲੜਾਈ ਕਰ ਚੁੱਕੇ ਹਾਂ ਅੰਮ੍ਰਿਤਸਰ ਦੀ ਲੜਾਈ, ਇਹ ਵੀ ਪੇਪਰ ਦੇ ਵਿੱਚ ਕੁਐਸਚਨ ਬਣ ਸਕਦਾ ਹੈ ਕਿਸ ਦੇ ਨਾਲ ਹੋਈ, ਸਾਹਮਣਾ ਕਿਸ ਤਰ੍ਹਾਂ ਹੋਇਆ। ਸੋ ਇੱਕ ਇੰਪੋਰਟੈਂਟ ਫੈਕਟ ਇਸ ਦੇ ਵਿੱਚ ਇਹ ਹੈ ਕਿ ਅੰਮ੍ਰਿਤਸਰ ਦੀ ਲੜਾਈ ਸੀ 1805 ਈਸਵੀ ਦੀ
1805 ਈਸवी ਦੀ ਲੜਾਈ ਜਿਸ ਵਿੱਚ ਮਾਈ ਸੁੱਖਾ ਨਾਲ ਇਹਨਾਂ ਦਾ ਸਾਹਮਣਾ ਹੋਇਆ। ਤੇ ਇਸ ਦੇ ਵਿੱਚ ਇੰਪੋਰਟੈਂਟ ਕੀ ਹੈ ਕਿ ਇਸ ਵਿੱਚ ਹੀ ਜੋ ਹੈ ਇੱਕ ਜੰਗ ਜਮਾ ਤੋਪ ਜੋ ਹੈ ਜਿਸ ਦੀ ਪ੍ਰਾਪਤੀ ਮਹਾਰਾਜਾ ਰਣਜੀਤ ਸਿੰਘ ਨੂੰ ਹੋਈ ਹੈ। ਸੋ ਇਸ ਲਈ ਇਹ ਕੁਐਸਚਨ ਤੁਹਾਨੂੰ ਇੱਥੇ ਜੋ ਰਿਵਾਈਜ਼ ਵੀ ਕਰਵਾਇਆ ਹੈ ਤਾਂ ਜੋ ਤੁਹਾਨੂੰ ਜੋ ਹੈ ਇੱਕ ਇਹ ਯਾਦ ਰਹਿ ਜੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਜੋ ਲੜਾਈ ਹੈ ਮਾਈ ਸੁੱਖਾ ਦੇ ਨਾਲ ਹੋਈ ਸੀ ਅੰਮ੍ਰਿਤਸਰ ਦੀ ਜੋ ਸੀ 1805 ਈਸਵੀ ਦੇ ਵਿੱਚ, ਤੇ ਇਸ ਦੇ ਵਿੱਚ ਜੰਗ ਜਮਾ ਤੋਪ ਦੀ ਜੋ ਸੀ ਉਹ ਪ੍ਰਾਪਤੀ ਹੋਈ ਸੀ। ਸੋ ਨੈਕਸਟ ਜੋ ਲੜਾਈ ਹੈ ਜਮਦੌਰ ਦੀ ਲੜਾਈ ਹੋਈ ਸੀ 1837 ਈਸਵੀ ਦੀ ਲੜਾਈ ਸੀ। ਇਹ ਵੀ ਤੁਸੀਂ ਸਮਾਂ ਯਾਦ ਰੱਖਣਾ ਹੈ, ਪੇਪਰ ਵਿੱਚ ਰਿਪੀਟ ਹੋਏ ਕੁਐਸਚਨ ਹਨ। ਅਫਗਾਨਾਂ ਦੇ ਨਾਲ ਰਣਜੀਤ ਸਿੰਘ ਦੇ ਵਿਚਕਾਰ ਜੋ ਪਹਿਲੀ ਲੜਾਈ ਕਦੋਂ ਹੋਈ, ਮੋਸਟ ਇੰਪੋਰਟੈਂਟ ਕੁਐਸਚਨ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ। ਅਫਗਾਨਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਲੜਾਈ 26 ਜੂਨ 1813 ਈਸਵੀ ਨੂੰ, 26 ਜੂਨ 1813 ਈਸਵੀ ਨੂੰ ਤੁਸੀਂ ਇਹ ਨੋਟ ਕਰ ਲੈਣਾ, ਮੋਸਟ ਇੰਪੋਰਟੈਂਟ ਕੁਐਸਚਨ ਹੈ। ਅਫਗਾਨਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਇਹ ਪਹਿਲੀ ਲੜਾਈ ਸੀ। ਤੇ ਰਣਜੀਤ ਸਿੰਘ ਨੂੰ ਜੋ ਕੋਹੀਨੂਰ ਹੀਰਾ ਹੈ ਇਸ ਦੇ ਨਾਲ ਰਿਲੇਟਡ ਪੁੱਛ ਲਿਆ ਜਾਂਦਾ ਹੈ ਕਿੱਥੋਂ ਪ੍ਰਾਪਤ ਹੋਇਆ ਹੈ। ਤਾਂ ਜੋ ਅਸੀਂ ਜਿੱਤ ਕੀਤੀ ਹੈ 1819 ਈਸਵੀ ਦੀ ਕਸ਼ਮੀਰ ਦੀ ਜਿੱਤ, ਇਸ ਲੜਾਈ ਤੋਂ ਬਾਅਦ ਇਸ ਜਿੱਤ ਤੋਂ ਬਾਅਦ ਹੀ ਜੋ ਹੈ ਵਫਾ ਬੇਗਮ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਹੈ ਕੋਹੀਨੂਰ ਹੀਰਾ ਜੋ ਹੈ ਉਹ ਪ੍ਰਾਪਤ ਹੁੰਦਾ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤ ਨੂੰ ਵੀ ਹੈ ਜੋ ਹੈ ਕਰਨਾ ਹੈ, ਕਿੰਨੇ ਸੂਬਿਆਂ ਦੇ ਵਿੱਚ ਵੰਡਿਆ ਗਿਆ ਸੀ ਉਹ ਅਸੀਂ ਇੱਥੇ ਜੋ ਹੈ ਇੱਕ ਓਵਰਵਿਊ ਲੈ ਸਕਦੇ ਹਾਂ ਤਾਂ ਜੋ ਅਸੀਂ ਨੈਕਸਟ ਵੀਡੀਓ ਦੇ ਵਿੱਚ ਇਸ ਨੂੰ ਡਿਟੇਲ ਦੇ ਵਿੱਚ ਸਮਝ ਸਕੀਏ। ਸੋ ਅਸੀਂ ਜੋ ਹੈ ਦੇਖ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤ ਜੋ ਸੀ ਉਹ 4 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। 4 ਜੋ ਹੈ ਪ੍ਰਾਂਤਾਂ ਦੇ ਵਿੱਚ ਆਪਣੇ ਸ਼ਾਸਨ ਨੂੰ ਵੰਡਿਆ, ਸੂਬਾ ਏ ਲਾਹੌਰ, ਸੂਬਾ ਏ ਮੁਲਤਾਨ, ਸੂਬਾ ਏ ਕਸ਼ਮੀਰ ਤੇ ਸੂਬਾ ਏ ਪਿਸ਼ਾਵਰ। ਸੋ ਇਹ ਚਾਰੇ ਹੀ ਜੋ ਹਨ ਬਹੁਤ ਹੀ ਇੰਪੋਰਟੈਂਟ ਸੂਬਿਆਂ ਦੇ ਵਿੱਚ ਆਪਣੇ ਜੋ 4 ਪ੍ਰਾਂਤਾਂ ਨੂੰ ਜੋ ਹੈ ਆਪਣੇ ਰਾਜ ਇਸ ਦੇ ਵਿੱਚ ਉਹਨਾਂ ਨੇ ਵੰਡਿਆ। ਸੋ ਜੇਕਰ ਅਸੀਂ ਉਹਨਾਂ ਦੀ ਰਾਜ ਭਾਸ਼ਾ ਜੋ ਹੈ ਦੇਖਿਆ ਜਾਵੇ ਤਾਂ ਉਹਨਾਂ ਦੀ ਰਾਜ ਭਾਸ਼ਾ ਜੋ ਸੀ ਰਾਜ ਦੀ ਫਾਰਸੀ ਸੀ, ਤੇ ਪ੍ਰਸ਼ਾਸਨ ਦਾ ਸੁਭਾਅ ਕਿਹੜਾ ਸੀ ਤਾਂ ਉਹ ਰਾਜਤੰਤਰੀ ਸੀ। ਸੋ ਇੱਕ ਇੰਪੋਰਟੈਂਟ ਕੁਐਸਚਨ ਜੋ ਹੈ ਰਹਿ ਜਾਂਦਾ ਹੈ ਲਾਸਟ ਜੋ ਹੈ ਇੰਪੋਰਟੈਂਟ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਜੋ ਹੈ ਉਹ ਇਸ ਤਰ੍ਹਾਂ ਪੁੱਛ ਲਿਆ ਜਾਂਦਾ ਹੈ ਕਿਸ ਨੇ ਚੜਾਇਆ, ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸਨ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਾਇਆ ਸੀ। ਸੋ ਇਹ ਇੰਪੋਰਟੈਂਟ ਫੈਕਟ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਵਰ ਕੀਤੇ ਹਨ। ਬਹੁਤ ਹੀ ਲੈਂਥੀ ਟੌਪਿਕ ਹੋਣ ਕਰਕੇ ਇਸ ਨੂੰ ਪਾਰਟ 1 ਦੇ ਵਿੱਚ ਇੰਨੇ ਜੋ ਹਨ ਫੈਕਟ ਕੰਬਾਈਨ ਕੀਤੇ ਹਨ, ਕਵਰ ਕੀਤੇ ਗਏ ਹਨ। ਜੋ ਨੈਕਸਟ ਵੀਡੀਓ ਪਾਰਟ 2 ਹੋਏਗਾ ਉਸ ਦੇ ਵਿੱਚ ਅਸੀਂ ਸਾਰੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਜੋ ਸ਼ਾਸਨ ਪ੍ਰਬੰਧ, ਜੋ ਸਿਵਲ ਪ੍ਰਬੰਧ ਕਿਸ ਤਰ੍ਹਾਂ ਦਾ ਸੀ, ਉਹਨਾਂ ਦੇ ਅੰਗਰੇਜ਼ਾਂ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਰਹੇ, ਉਹਨਾਂ ਨੇ ਜੋ ਮੁਹਿੰਮਾਂ ਚਲਾਈਆਂ ਮੁਲਤਾਨ ਜੋ ਉਹਨਾਂ ਦੀਆਂ ਮੁਹਿੰਮਾਂ ਸਨ, ਠੀਕ ਹੈ, ਉਹ ਵੀ ਅਸੀਂ ਕਰਾਂਗੇ। ਮਾਲਵੇ ਦੀਆਂ ਮੁਹਿੰਮਾਂ ਸਨ 3, ਠੀਕ ਹੈ, ਉਹ ਕਰਾਂਗੇ ਅਸੀਂ। ਤੇ ਨਾਲ ਹੀ ਅੰਗਰੇਜ਼ਾਂ ਦੇ ਨਾਲ ਉਹਨਾਂ ਦੇ ਕਿਸ ਤਰ੍ਹਾਂ ਦੇ ਸੰਬੰਧ ਰਹੇ ਸਨ ਉਹ ਕਰਾਂਗੇ। ਸਾਰਾ ਹੀ ਟੌਪਿਕ ਇਸ ਤਰ੍ਹਾਂ ਜੋ ਐਗਜ਼ਾਮ ਰੈਲੇਵੈਂਟ ਪੇਪਰ ਵਿੱਚ ਪੁੱਛ ਲਏ ਜਾਂਦੇ ਹਨ ਇਸ ਦੇ ਵਿੱਚੋਂ ਕੁਐਸਚਨ ਉਹ ਸਾਰੇ ਹੀ ਅਸੀਂ ਕਵਰ ਕਰਾਂਗੇ। ਇਸ ਦੇ ਲਈ ਫਰੈਂਡਸ ਜੇਕਰ ਤੁਸੀਂ ਜੋ ਹੈ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਨੌਲੇਜੇਬਲ ਵੀਡੀਓਜ਼ ਦੇ ਲਈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਨੌਲੇਜੇਬਲ ਲੱਗੀ ਹੋਏਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਹੀ ਹੈਲਪਫੁਲ, ਇਸ ਦੇ ਨਾਲ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਹੋਈ ਹੋਏਗੀ, ਬਹੁਤ ਹੀ ਜ਼ਿਆਦਾ ਨੌਲੇਜ ਮਿਲੀ ਹੋਏਗੀ। ਸੋ ਥੈਂਕ ਯੂ ਫॉर वाचिंग माय वीडियो फ्रेंड्स, थैंक यू।